ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਤੇਲੰਗਾਨਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਜਿਹੜੇ ਦੋਸ਼ ਲਾਏ ਗਏ ਨੇ ਉਹਨਾਂ ਬਾਰੇ ਤੇ ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਅਤੇ ਕਿਸਾਨੀ ਕਰਜ਼ੇ ਬਾਰੇ। ਇਹਨਾਂ ਵਿਸ਼ਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਜਿਹੜੀ ਹੈਗੀ ਹੈ ਘਿਰਦੀ ਆ ਰਹੀ ਹੈ। ਲਗਾਤਾਰ ਕੇਂਦਰ ਸਰਕਾਰ 'ਤੇ ਤਰ੍ਹਾਂ ਜਿਹੜੇ ਨੇ ਦੋਸ਼ ਲੱਗ ਰਹੇ ਨੇ। ਇਸੇ ਦੌਰਾਨ ਤੇਲੰਗਾਨਾ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਕੇਂਦਰ ਸਰਕਾਰ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਵੀ ਕਿ ਫਸਲਾਂ ਦੀ ਜਿਹੜੀ ਖਰੀਦ ਹੈ ਉਹ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਜਿਹੜੇ ਉਹਨਾਂ ਵੱਲੋਂ ਦੋਸ਼ ਲਾਏ ਗਏ ਨੇ। ਅਸੀਂ ਜਾਣਨਾ ਚਾਹਾਂਗੇ ਇਹ ਅਸਲ 'ਚ ਪੂਰਾ ਮਾਜਰਾ ਕੀ ਹੈ, ਤੇਲੰਗਾਨਾ ਸਰਕਾਰ ਕੀ ਕਹਿਣਾ ਚਾਹ ਰਹੀ ਹੈ। ਅਸਲ ਦੇ ਵਿੱਚ ਜਿਹੜਾ ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਅਤੇ ਖ਼ਾਸ ਤੌਰ 'ਤੇ ਜਦੋਂ ਉਦੋਂ ਵੀ ਪਹਿਲਾਂ 5 ਜੂਨ ਨੂੰ 2020 ਨੂੰ ਜਦੋਂ ਇਹਨਾਂ ਨੇ ਕੇਂਦਰ ਸਰਕਾਰ ਨੇ 3 ਖੇਤੀ ਬਿੱਲਾਂ 'ਤੇ ਆਰਡੀਨੈਂਸ ਜਾਰੀ ਕੀਤੇ ਸੀ ਜੀ, ਉਦੋਂ ਤੋਂ ਲੈ ਕੇ ਇੱਕ ਦਲੀਲ ਕੇਂਦਰ ਸਰਕਾਰ ਦਿੰਦੀ ਆ ਰਹੀ ਹੈ, ਸਾਰੇ ਉਹਦੇ ਪ੍ਰਧਾਨ ਮੰਤਰੀ ਅਤੇ ਹੋਰ ਸਾਰੇ ਲੀਡਰ, ਕਿ MSP ਹੈ ਅਤੇ MSP ਰਹੇਗੀ। ਜੀ, ਅਤੇ ਕਿਸਾਨ ਅੰਦੋਲਨ ਵਾਲੇ ਜਿਹੜੇ ਲੋਕ ਸੀ ਜਾਂ ਕਿਸਾਨ ਅੰਦੋਲਨ ਨਾਲ ਜੁੜੇ ਜਿਹੜੇ ਕਿਸਾਨ ਆਗੂ ਨਹੀਂ ਅਤੇ ਹੋਰ ਬੰਦੇ ਵੀ ਅਤੇ ਬਹੁਤ ਸਾਰੇ ਬੁੱਧੀਜੀਵੀ ਲੋਕ ਵੀ ਜੀ, ਇਹ ਕਹਿੰਦੇ ਆ ਰਹੇ ਨੇ ਕਿ MSP ਜਿਹੜੇ ਤੁਸੀਂ ਕਾਨੂੰਨ ਲਾਗੂ ਕਰਨ ਜਾ ਰਹੇ ਹੋ ਇਹਦੇ ਨਾਲ MSP ਦੀ ਗਰੰਟੀ ਨਹੀਂ ਰਹੇਗੀ। MSP ਜੇ ਰਹਿ ਵੀ ਜਾਊਗੀ ਤੁਸੀਂ ਅਨਾਊਂਸ ਵੀ ਕਰ ਦਿਆ ਕਰੋਗੇ, ਪਰ ਸਭ ਤੋਂ ਬੜਾ ਕੁਐਸਚਨ ਇਹ ਨਹੀਂ ਕਿ MSP ਹੈਗੀ ਹੈ ਜਾਂ ਨਹੀਂ। ਜੀ, ਸਭ ਤੋਂ ਬੜਾ ਕੁਐਸਚਨ ਹੈ MSP ਅਤੇ ਖਰੀਦ ਦੀ ਗਰੰਟੀ ਦਾ। ਉਹ ਖਰੀਦ ਦੀ ਗਰੰਟੀ ਕਿੱਥੇ ਹੈ? ਅਤੇ ਪਹਿਲਾਂ ਤਾਂ ਇੱਧਰੋਂ ਪੰਜਾਬ, ਹਰਿਆਣਾ, ਯੂਪੀ 'ਚ ਪੱਛਮੀ ਯੂਪੀ ਤੱਕ ਤੁਸੀਂ ਕਣਕ ਅਤੇ ਝੋਨੇ ਇਕੱਲੇ 2 ਫਸਲਾਂ 23 ਫਸਲਾਂ ਦਾ MSP ਐਲਾਨ ਦਿਓ ਅਤੇ 2 ਫਸਲਾਂ ਦੀ ਇੱਕ ਗਰੰਟੀ ਦਿੰਦੇ ਸੀ। ਜੀ, ਹੁਣ ਹੌਲੀ ਹੌਲੀ ਕਰਕੇ ਉਸ ਪਾਸੇ ਵੱਲ ਗੱਲ ਚੱਲਣ ਲੱਗ ਗਈ ਹੈ, ਕਿਉਂਕਿ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਸੀਗਾ ਉਹ ਵੀ ਕਹਿੰਦਾ ਆ ਰਿਹਾ ਕਿ ਦਾਣਾ ਚੱਕਰ ਦੀ MSP ਦੀ ਜਿਹੜੀ ਪ੍ਰੋਕਿਉਰਮੈਂਟ ਪਾਲਿਸੀ ਹੈ ਇਹਨੂੰ ਖਤਮ ਕਰੋ, ਇਹਨੂੰ ਘਟਾਓ, ਇੱਕ ਹੱਦ ਨਿਸ਼ਚਿਤ ਕਰੋ ਕਿ ਇੰਨਾ ਹੀ ਅਸੀਂ ਖਰੀਦਾਂਗੇ। ਤੇਲੰਗਾਨਾ ਦੇ ਚੀਫ ਮਿਨਿਸਟਰ ਕੇ ਚੰਦਰ ਸ਼ੇਖਰ ਰਾਓ ਪਹਿਲਾਂ ਤਾਂ ਇੱਥੇ ਅਲੱਗ-ਅਲੱਗ ਚੀਫ ਮਿਨਿਸਟਰ ਉਸ ਤਰੀਕੇ ਨਾਲ ਨਹੀਂ ਬੋਲੇ। ਪਹਿਲੀ ਵਾਰ ਬੜੀ ਸਖਤ ਸ਼ਬਦਾਵਲੀ ਦੇ ਵਿੱਚ ਕੇਂਦਰ ਸਰਕਾਰ ਨਾਲ ਉਹਨੇ ਇੱਕ ਲੈਵਲ ਦਾ ਮਤਲਬ ਆਡਾ ਲਾਇਆ ਪੂਰਾ। ਉਹ ਇਹ ਕਹਿ ਰਿਹਾ ਕੇਂਦਰ ਸਰਕਾਰ ਨੂੰ ਕਿ ਤੁਹਾਡਾ ਵੋਟ ਲੈਣ ਦਾ ਤਰੀਕਾ ਕਿਸਾਨੀ ਜਾਂ ਗਰੀਬ ਜਾਂ ਹੋਰ ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਲੋੜਾਂ ਪੂਰੀਆਂ ਕਰਨਾ ਨਹੀਂ ਹੈ। ਤੁਸੀਂ ਵੋਟ ਲੈਣ ਦੇ ਵਾਸਤੇ ਧਰਮ ਦਾ ਇਸਤੇਮਾਲ ਕਰਦੇ ਹੋ, ਪਾਕਿਸਤਾਨ ਨਾਲ ਕਦੇ ਪੁਲਵਾਮਾ ਕਦੇ ਕੁਛ ਇਸਤੇਮਾਲ ਕਰਦੇ ਹੋ, ਤੁਸੀਂ ਇਹੋ ਜਿਹਾ ਜੰਗੀ ਮਾਹੌਲ ਬਣਾਉਂਦੇ ਹੋ ਜਾਂ ਧਾਰਮਿਕ ਆਧਾਰ 'ਤੇ ਵੱਖ-ਵੱਖ ਵਰਗਾਂ ਨੂੰ ਇੱਕ ਦੂਜੇ ਦੇ ਖਿਲਾਫ ਖੜ੍ਹਾ ਕਰਦੇ ਹੋ। ਇਹ ਵੋਟ ਲੈਣ ਦਾ ਤਰੀਕਾ ਹੈ। ਉਹ ਕਹਿੰਦਾ ਤੇਲੰਗਾਨਾ ਦੇ ਵਿੱਚ ਜਿਹੜਾ ਹੁਣ ਦੀ ਸਾਉਣੀ ਦੇ ਸੀਜ਼ਨ ਦਾ ਝੋਨੇ ਦੀ ਪ੍ਰੋਕਿਉਰਮੈਂਟ ਹੈ 55 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਮੰਡੀ ਦੇ ਵਿੱਚ ਵਿਕਣ ਲਈ ਆਉਂਦੀ ਹੈ, ਅਤੇ ਜਿਹੜੀ ਇਹਦੇ 'ਤੇ MSP 'ਤੇ ਉਹ ਮਤਲਬ ਖਰੀਦੀ ਜਿਹੜੀ ਜਾ ਰਹੀ ਹੈ ਉਹ ਪੂਰੀ ਨਹੀਂ ਹੋ ਰਹੀ। ਉਹ ਤੁਸੀਂ ਲਗਭਗ 30% ਤੋਂ ਜ਼ਿਆਦਾ ਹਜੇ ਐਵੇਂ ਹੀ ਪਈ ਹੈ ਜਿਹਨੂੰ ਕੋਈ ਨਹੀਂ ਪੁੱਛ ਰਿਹਾ। ਜੀ, ਅਤੇ ਜੇ ਤੁਸੀਂ ਵਾਅਦਾ ਕਰਦੇ ਹੋ ਕਿ MSP 'ਤੇ ਖਰੀਦੀ ਜਾਣੀ ਹੈ ਤਾਂ ਫਿਰ ਤੇਲੰਗਾਨਾ ਦੀ ਕਿਉਂ ਨਹੀਂ ਖਰੀਦੀ ਜਾ ਰਹੀ? ਤੇਲੰਗਾਨਾ ਦਾ ਚੀਫ ਮਿਨਿਸਟਰ ਤਾਂ ਬੋਲ ਪਿਆ ਕਿਉਂਕਿ ਬਿਹਾਰ ਦੇ ਵਿੱਚ ਬਾਕੀ ਸਾਰੇ ਕਿਤੇ ਜਿੱਥੇ APMC ਨਹੀਂ ਹੈ ਉੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਹੈ, ਪਹਿਲਾਂ ਹੀ ਪਤਾ ਹੈ। ਔਰ ਇਹਦਾ ਮਤਲਬ ਕੀ ਹੈ ਕਿ ਇਹ ਲੜਾਈ ਹੁਣ ਜਿਹੜੀ ਕਿਸਾਨ ਦੀ ਲੜਾਈ ਹੈ ਜਾਂ ਘੱਟੋ ਘੱਟ MSP 'ਤੇ ਖਰੀਦ ਦੀ ਗਰੰਟੀ ਦੀ ਲੜਾਈ ਹੈ, ਇਹਦਾ ਦਾਇਰਾ ਫੈਲਦਾ ਜਾ ਰਿਹਾ। ਦਾਇਰਾ ਫੈਲਦਾ ਇਕੱਲਾ ਕਿਸਾਨੀ ਦੇ ਐਂਗਲ ਤੋਂ ਨਹੀਂ ਜਾ ਰਿਹਾ। ਹੁਣ ਪੋਲੀਟੀਕਲ ਲੋਕ ਵੀ ਜਾਂ ਸਰਕਾਰਾਂ ਵੀ ਜਿਹੜੀਆਂ ਸੂਬਿਆਂ ਦੀਆਂ ਨੇ ਉਹ ਕਿਤੇ ਨਾ ਕਿਤੇ ਸਟੈਂਡ ਲੈਣ ਲੱਗੀਆਂ ਨੇ। ਜੀ, ਇਹ ਇੱਕ ਮੇਰੇ ਖਿਆਲ ਹੈ ਕਿਸਾਨ ਅੰਦੋਲਨ ਦਾ ਦਬਦਬੇ ਦਾ ਵੀ ਹਿੱਸਾ ਹੈ। ਕਿਸਾਨ ਅੰਦੋਲਨ ਵੱਲੋਂ ਕਿਸਾਨਾਂ ਨੂੰ ਕੀਤੀ ਗਈ ਜਾਗਰੂਕਤਾ ਦਾ ਵੀ ਇੱਕ ਤਰੀਕਾ ਹੈ, ਕਿਉਂਕਿ ਤਾਂ ਉਹਨਾਂ ਦੀਆਂ ਸਰਕਾਰਾਂ ਵੀ ਬੋਲਣ ਲੱਗੀਆਂ ਨੇ ਸ਼ਾਇਦ ਜੇ ਇਹਦਾ ਅਸਰ ਹੇਠਾਂ ਤੱਕ ਨਹੀਂ ਜਾਂਦਾ, ਦੱਖਣੀ ਭਾਰਤ ਤੱਕ ਜਾ ਰਿਹਾ। ਹੁਣ ਇਸ 26 ਤਰੀਕ ਨੂੰ 1 ਸਾਲ ਹੋਣ ਵਾਲਾ ਕਿਸਾਨ ਅੰਦੋਲਨ ਨੂੰ, ਅਤੇ ਮੈਨੂੰ ਲੱਗਦਾ ਕਿ ਜਿਸ ਲੈਵਲ 'ਤੇ ਕੇ ਚੰਦਰ ਸ਼ੇਖਰ ਰਾਓ ਨੇ ਫੈਸਲਾ ਕੀਤਾ ਹੈ ਅਤੇ ਉਹਨਾਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਵੀ ਸ਼ਾਇਦ ਉਹੋ ਜਿਹਾ ਮਤਾ ਪਾਉਣਾ ਪਏਗਾ ਜਿਵੇਂ ਬਾਕੀ ਕਾਨੂੰਨਾਂ ਬਾਰੇ ਪਾਇਆ ਔਰ ਪਾਉਣ ਦੀ ਲੋੜ ਪਏਗੀ। ਜੀ, ਪੰਜਾਬ ਨੇ ਪਾਇਆ ਸੀ, ਰਾਜਸਥਾਨ ਨੇ ਪਾਇਆ, ਛੱਤੀਸਗੜ੍ਹ ਨੇ ਪਾਇਆ, ਪੱਛਮੀ ਬੰਗਾਲ ਨੇ ਪਾਇਆ, ਕਿੰਨੀਆਂ ਹੀ ਗੌਰਮੈਂਟਾਂ ਨੇ ਜਿਹੜੀਆਂ ਦਿੱਲੀ ਨੇ ਪਾਇਆ ਕਿ 3 ਕਾਨੂੰਨਾਂ ਦੇ ਖਿਲਾਫ। ਤਾਂ ਅਗਲਾ ਰਾਜ ਹੋ ਸਕਦਾ ਸੰਭਵ ਹੈ ਕਿ ਤੇਲੰਗਾਨਾ ਹੋਵੇ ਇਸ ਲੜਾਈ 'ਚ ਪੋਲੀਟੀਕਲ ਸ਼ਾਮਿਲ ਹੋਣ ਦੇ ਲਈ। ਜੀ, ਹਮੀਰ ਜੀ, ਇਹ ਤਾਂ ਸੀ ਵੀ ਕਿ ਤੇਲੰਗਾਨਾ ਸਰਕਾਰ ਨੂੰ ਆ ਰਹੀ ਸਮੱਸਿਆਵਾਂ ਦੀ ਗੱਲ। ਜੇਕਰ ਗੱਲ ਕਰੀਏ ਕਰਤਾਰਪੁਰ ਸਾਹਿਬ ਲਾਂਘੇ ਦੀ,
ਤਾਂ ਪੌਣੇ 2 ਸਾਲ ਦੇ ਜਿਹੜਾ ਸਮੇਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਗਿਆ ਅਤੇ ਜਿਹੜਾ ਹੈਗਾ ਪਹਿਲਾਂ ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕ ਜਿਹੜੇ ਨੇ ਉਹ ਕਰਤਾਰਪੁਰ ਸਾਹਿਬ ਜਾ ਰਹੇ ਨੇ ਦਰਸ਼ਨਾਂ ਲਈ। ਹੋਰ ਵੀ ਸਿਆਸੀ ਪਾਰਟੀਆਂ ਦੇ ਆਗੂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਭਾਜਪਾ ਹੋਵੇ, ਹੋਰ ਵੀ ਸਿਆਸੀ ਧਿਰਾਂ ਜਿਹੜੇ ਨੇ ਉੱਥੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਲਾਂਘਾ ਖੋਲ੍ਹਿਆ ਕਿਉਂਕਿ ਹਰ ਪਾਰਟੀ ਹੁਣ ਲਾਹਾ ਲੈਣ ਦਾ ਵੀ ਇੱਕ ਚੱਕਰ ਹੁੰਦਾ ਹੈ ਕਿ ਪੋਲੀਟੀਕਲ ਸਾਈਡ 'ਤੇ ਤਾਂ ਜਿਵੇਂ ਕੇਂਦਰ ਦੀ ਬੀਜੇਪੀ ਨੇ ਇਹ ਕੀਤਾ ਕਿ ਆਪਣੇ ਬੀਜੇਪੀ ਵਾਲੇ ਬੁਲਾ ਕੇ ਉਹਨਾਂ ਤੋਂ ਮੰਗ ਉਠਵਾਈ ਅਤੇ ਉਦੋਂ ਬਾਅਦ ਅਗਲੇ ਦਿਨ ਕਹਿਤਾ ਕਿ ਹਾਂ ਲਾਂਘਾ ਖੋਲ੍ਹਾਂਗੇ। ਉਸੇ ਤਰੀਕੇ ਨਾਲ ਸਾਰੀਆਂ ਧਿਰਾਂ ਨੇ ਜਿਹੜੀਆਂ, ਔਰ ਇੱਕ ਵੀ ਧਿਰ ਲਾਂਘੇ ਦੇ ਖਿਲਾਫ ਓਪਨਲੀ ਤਾਂ ਖੜੀ ਹੋ ਨਹੀਂ ਸਕਦੀ ਕਿਉਂਕਿ ਬਹੁਤ ਬੜਾ ਇੱਕ ਜਜ਼ਬਾਤੀ ਮੁੱਦਾ ਹੈ ਵੀ। ਸਭ ਨੂੰ ਕਹਿਣਾ ਤਾਂ ਵੈਲਕਮ ਹੀ ਪੈਂਦਾ, ਅੰਦਰ ਖਾਤੇ ਚਾਹੇ ਕੋਈ ਰੋੜੇ ਵੀ ਅਟਕਾਵੇ, ਜੋ ਵੀ ਮਰਜ਼ੀ ਹੈ। ਹਾਲਾਂਕਿ ਨਹੀਂ ਤਾਂ ਕਰੋਨਾ ਕੋਈ ਐਡੀ ਗੱਲ ਨਹੀਂ ਸੀ, ਇੰਨਾ ਲੰਮਾ ਸਮਾਂ ਹੋਰ ਜ਼ਿਆਦਾ ਲੰਘਾਤਾ। ਜੇ ਬਾਕੀ ਚੀਜ਼ਾਂ ਸਾਰੀਆਂ ਖੁੱਲ੍ਹ ਗਈਆਂ ਤਾਂ ਇਹ ਤੋਂ ਪਹਿਲਾਂ ਵੀ ਖੁੱਲ੍ਹ ਸਕਦਾ ਸੀ। ਮਤਲਬ ਇਸ ਲੈਵਲ ਦੀ ਕੋਈ ਗੱਲ ਨਹੀਂ ਹੈ। ਪਰ ਇੱਕ ਗੱਲ ਇਹ ਹੈ ਕਿ ਚਾਹੇ ਲਾਂਘਾ ਖੁੱਲ੍ਹਿਆ ਚਾਹੇ ਬਾਕੀ, ਇਹ ਵੀ ਸਾਰਾ ਕੁਝ VIP ਹੀ ਕਿਉਂ ਸਭ ਤੋਂ ਜ਼ਿਆਦਾ ਹੋ ਗਿਆ। ਆਮ ਬੰਦਿਆਂ ਨੂੰ ਜਿਹੜੇ ਦੇ ਰਾਹ 'ਚ ਜਿਹੜੀਆਂ ਅੜਚਣਾਂ ਨੇ ਉਹ ਕਿਵੇਂ ਅਪਲਾਈ ਕਰਨ, ਕੀ ਉਹਨਾਂ 'ਤੇ ਸ਼ਰਤਾਂ ਲਾਗੂ ਹੁੰਦੀਆਂ ਨੇ, ਉਹ ਸ਼ਰਤਾਂ ਨੂੰ ਵੀ ਕਿੰਨੀਆਂ ਮੋਕਲੀਆਂ ਹੋਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਸਧਾਰਨ ਬੰਦੇ ਵੀ ਸਧਾਰਨ ਤਰੀਕੇ ਨਾਲ ਜਾ ਸਕਣ। ਜੀ ਬਿਲਕੁਲ। ਕਿਉਂਕਿ VIP ਤਾਂ ਜਿਹੜੇ ਨੇ ਚੀਫ ਮਿਨਿਸਟਰ, ਮੰਤਰੀ, MLA, ਪਾਰਟੀਆਂ ਦੇ ਆਗੂ, ਉਹਨਾਂ ਨੂੰ ਤਾਂ ਮਨਜ਼ੂਰੀ ਦੇਣ ਨੂੰ ਜਾਂ ਬਾਕੀ ਚੀਜ਼ਾਂ ਨੂੰ ਉਹਨਾਂ ਕੋਲ ਇੰਨਾ ਜ਼ਿਆਦਾ ਪ੍ਰਭਾਵ ਵੀ ਹੁੰਦਾ ਅਤੇ ਅਪਰੋਚ ਹੁੰਦੀ ਹੈ, ਉਹ ਤਾਂ ਬੜੇ ਆਸਾਨੀ ਨਾਲ ਚਲੇ ਜਾਂਦੇ ਨੇ। ਜੀ। ਪਰ ਕਿੰਨੇ ਹੀ ਲੋਕ ਇਸ ਕਰਕੇ ਰਹਿ ਜਾਂਦੇ ਨੇ। ਪਹਿਲਾਂ ਤਾਂ ਅੱਜ ਜੇ ਉਹ ਸਟਾਰਟ ਹੋਇਆ ਤਾਂ ਪ੍ਰੋਪਰ ਤਰੀਕੇ ਨਾਲ ਔਨਲਾਈਨ ਜਿਹੜਾ ਇੱਕ ਸੀਗਾ ਜਿੱਥੇ ਅਪਲਾਈ ਕਰਨ ਦਾ, ਉਹ ਕਹਿੰਦੇ ਸੀ 19 ਤੱਕ ਤਾਂ ਪਹਿਲਾਂ ਹੀ ਮਤਲਬ VIP ਨੇ ਹੀ ਰੋਕ ਰੱਖਿਆ ਸ਼ਾਇਦ ਉਹ ਸਾਰਾ ਕੰਮ। ਇਹਨੂੰ ਸਵਾਲ ਇਹ ਆਮ ਲੋਕਾਂ ਦੇ ਸੱਧਰਾਂ ਦਾ ਹੈ, ਉਹਨੂੰ ਓਪਨ ਕਰਨ ਦਾ ਸਵਾਲ ਹੈ। ਜਿੰਨਾ ਸੌਖਾ ਕਰਨਗੇ ਜਿੰਨਾ ਬਾਕੀ ਕਰਨਗੇ। ਅਗਲੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ ਆਪਣੇ ਪੰਜਾਬ ਦੇ ਹੋਰ ਆਗੂਆਂ ਦੇ ਨਾਲ ਜਾ ਕੇ ਆਏ ਨੇ ਅਤੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਜਿਹੜੀਆਂ ਗੱਲਾਂ ਮੇਰੇ ਖਿਆਲ ਹੈ ਕਾਫੀ ਫਿੱਟ ਬੈਠਦੀਆਂ ਨੇ ਪੰਜਾਬ ਦੇ, ਜੇ ਉਹਨਾਂ ਨੂੰ ਲਾਗੂ ਕੀਤਾ ਜਾਏ। ਅੱਜ ਪਹਿਲੀ ਵਾਰ ਮੈਂ ਸੁਣਿਆ ਕਿ ਚੀਫ ਮਿਨਿਸਟਰ ਦੇ ਮੂੰਹੋਂ ਕਿ ਬਾਰਡਰ ਖੋਲ੍ਹਣੇ ਚਾਹੀਦੇ ਨੇ। ਨਾਰਮਲੀ ਪਾਰਟੀਆਂ ਨੂੰ, ਸਾਡੀਆਂ ਨੂੰ, ਰੀਜਨਲ ਪਾਰਟੀਆਂ ਨੂੰ ਵੀ ਜਾਂ ਇਸ ਖਿੱਤੇ ਦੀਆਂ ਪਾਰਟੀਆਂ ਨੂੰ ਪਤਾ ਨਹੀਂ ਕੀ ਹੈ, ਉਹ ਕਹਿੰਦੇ ਬਾਰਡਰ ਸੀਲ ਕਰੋ, ਬਾਰਡਰਾਂ ਦੇ ਉੱਤੇ ਜ਼ਿਆਦਾ ਫੌਜ ਲਾਓ, ਬਾਰਡਰਾਂ ਨੂੰ ਕੇਂਦਰ ਸਰਕਾਰ ਦੇਖੇ। ਹੁਣ ਤੱਕ ਇਹੀ ਕਰਦੇ ਆਏ। ਚਰਨਜੀਤ ਚੰਨੀ ਵੀ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਆਏ ਸੀ ਤਾਂ ਬਿਆਨ ਇਹ ਆਇਆ ਸੀ ਕਿ ਬਾਰਡਰਾਂ ਤੋਂ ਸਮਗਲਿੰਗ ਹੁੰਦੀ ਹੈ ਕਿ ਉਹਨੂੰ ਉੱਥੇ ਜ਼ਿਆਦਾ ਸਖਤੀ ਕਰੋ। ਇੱਦੋਂ ਪਹਿਲਾਂ ਅਮਰਿੰਦਰ ਸਿੰਘ ਵੀ ਕਹਿੰਦੇ ਰਹੇ, ਕੁਝ ਸਮੇਂ ਅਕਾਲੀ ਦਲ ਵੀ ਬਾਰਡਰ ਸੀਲ ਕਰਨ ਦੀ ਮੰਗ ਕਰਦਾ ਸੀ ਕਿ ਨਸ਼ਾ ਤੁਹਾਡੇ ਕਰਕੇ ਆ ਰਿਹਾ। ਪਰ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਦੋਨੇ ਦੇਸ਼ਾਂ ਦੀਆਂ ਜਾਂ ਆਲੇ ਦੁਆਲੇ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਦੇ ਵਾਸਤੇ ਬਾਰਡਰ ਖੋਲ੍ਹਣੇ ਬਹੁਤ ਜ਼ਰੂਰੀ ਨੇ। ਜੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਔਰ ਇੱਕ ਚੰਗੀ ਪੱਖੀ ਗੱਲ ਹੈ ਜੇ ਸਾਰੇ ਲੋਕ, ਸਾਰੇ ਤਰ੍ਹਾਂ ਦੀ ਸਿਆਸਤ ਪੰਜਾਬ ਨਾਲ ਜੁੜੀ ਹੋਈ, ਸਾਰੇ ਤਰ੍ਹਾਂ ਦੇ ਵਰਗ ਉਹ ਜਿਹੜੇ ਇਹਨਾਂ ਖੇਤਰਾਂ ਨਾਲ ਜੁੜੇ ਹੋਏ ਨੇ, ਸਾਰੇ ਦੇਸ਼ਾਂ ਦੇ ਹੀ, ਵੈਸੇ ਪਾਕਿਸਤਾਨ ਤੋਂ ਵੀ ਅਤੇ ਇੱਧਰਲੇ ਭਾਰਤ ਵਾਲੇ ਪਾਸਿਓਂ ਵੀ, ਖਾਸ ਤੌਰ 'ਤੇ ਕਿਸਾਨੀ ਵੀ ਅਤੇ ਵਪਾਰੀ ਵੀ। ਜੇਕਰ ਫਸਲਾਂ ਦੇ ਮੁੱਲ ਦਾ ਸਵਾਲ ਵੀ ਹੈ, ਖੇਤੀ ਦੇ ਲਾਹੇਵੰਦ ਹੋਣ ਦਾ ਸਵਾਲ ਵੀ ਹੈ, ਵਪਾਰ ਦਾ ਸਵਾਲ ਵੀ ਹੈ, ਰੁਜ਼ਗਾਰ ਦਾ ਸਵਾਲ ਵੀ ਹੈ, ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਾਰਡਰ ਨਾਲ ਜੁੜੀਆਂ ਹੋਈਆਂ ਨੇ। ਜਿਹੜਾ ਸੀਲਬੰਦ ਬਾਰਡਰ ਹੁੰਦਾ ਹੈ ਅਤੇ ਉੱਥੇ ਵਪਾਰ ਦੇ ਮੌਕੇ ਘੱਟ ਜਾਂਦੇ ਨੇ ਅਤੇ ਆਦਾਨ ਪ੍ਰਦਾਨ ਵੀ ਘੱਟ ਜਾਂਦਾ ਲੋਕਾਂ ਦਾ। ਜਿੰਨਾ ਆਦਾਨ ਪ੍ਰਦਾਨ ਵਧੇਗਾ ਅਤੇ ਵਪਾਰ ਦੇ ਮੌਕੇ ਵਧਣਗੇ, ਉਨਾ ਹੀ ਸੌਖ ਹੋਏਗੀ। ਕਿਉਂਕਿ ਲੜ ਕੇ ਇੱਕ ਦੂਸਰੇ ਦੇਸ਼ ਤੋਂ ਜਿੱਤਣਾ ਜਾਂ ਲੜ ਕੇ ਆਪਣੇ ਆਪ ਨੂੰ ਬੜਾ ਸਾਬਤ ਕਰਨਾ, ਉਹ ਦੌਰ ਖਤਮ ਹੋ ਗਏ ਨੇ। ਹੁਣ ਸਮਝਦਾਰੀ ਦੇ ਤਰੀਕੇ ਹੀ ਨੇ। ਜੇ ਤਾਂ ਇਹ ਸਿਆਸਤ, ਜੇ ਕਰਤਾਰਪੁਰ ਸਾਹਿਬ ਲਾਂਘਾ ਜਦੋਂ 2 ਸਾਲ ਪਹਿਲਾਂ ਖੁੱਲ੍ਹਿਆ ਸੀ, ਉਦੋਂ ਇੱਕ ਇਹੀ ਸੰਕੇਤ ਗਿਆ ਸੀ, ਸ਼ਾਇਦ ਹੁਣ ਦੋਨੇ ਤਰ੍ਹਾਂ ਦੀਆਂ ਸਰਕਾਰਾਂ ਇਹ ਸੋਚਣਗੀਆਂ ਕਿ ਆਪਾਂ ਹੁਣ ਬਾਰਡਰਾਂ ਵੱਲ ਵੀ ਚੱਲੀਏ, ਉਹਨਾਂ ਨੂੰ ਵੀ ਥੋੜ੍ਹੇ ਬਹੁਤ ਮੋਕਲੇ ਕਰੀਏ, ਪਰ ਉੱਧਰ ਨੂੰ ਚੱਲ ਨਹੀਂ ਪਾਇਆ। ਕਰੋਨਾ ਉਹਦੇ ਵਿੱਚ ਇੱਕ ਗੱਲ ਆ ਗਈ, ਪਰ ਮੇਰਾ ਖਿਆਲ ਹੈ ਅਜੇ ਵੀ ਐਟੀਚਿਊਡ ਜਿਹੜਾ ਹੈ ਸਰਕਾਰਾਂ ਦਾ, ਵਿਵਹਾਰ, ਉਹ ਵੀ ਮਾਨੇ ਰੱਖਦਾ, ਉਹ ਵੀ ਵਿੱਚ ਆਉਂਦਾ। ਪਰ ਜੇ ਸਿਆਸੀ ਧਿਰਾਂ ਅਤੇ ਬਾਕੀ ਲੋਕ ਰਲ ਕੇ ਇੱਕ ਦਬਾਅ ਬਣਾਉਣਗੇ, ਉਹਦੇ ਨਾਂ 'ਤੇ ਵੋਟਾਂ ਮਿਲਣ ਲੱਗ ਜਾਣਗੀਆਂ ਕਿ ਹਾਂ ਬਾਰਡਰ ਖੋਲ੍ਹਣ ਦੇ ਨਾਂ 'ਤੇ ਵੀ ਮਿਲਦੀ ਹੈ, ਇਕੱਲੇ ਬੰਦੇ ਮਾਰਨ ਦੇ ਨਾਂ 'ਤੇ ਨਹੀਂ ਵੋਟ ਮਿਲਦੀ, ਤਾਂ ਵੀ ਇਹ ਸੌਖਾ ਅਤੇ ਛੇਤੀ ਖੋਲ੍ਹਣ ਦੇ ਆਸਾਰ ਬਣ ਸਕਦੇ ਨੇ। ਜੀ ਹਮੀਰ ਜੀ, ਇੱਕ WTO ਦੀ ਮੀਟਿੰਗ ਜਿਹੜੀ ਹੈ 30 ਨਵੰਬਰ ਨੂੰ ਹੋਣ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਮੀਟਿੰਗ ਦੇ ਪਿੱਛੇ ਕਾਰਨ ਕੀ ਨੇ ਅਤੇ ਸਾਡੇ ਵੱਲੋਂ ਜਿਹੜੀਆਂ ਉਸ ਮੀਟਿੰਗ ਦੀਆਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਤੱਕ? ਅਸਲ ਦੇ ਵਿੱਚ ਹਰ 2 ਸਾਲਾਂ ਬਾਅਦ ਇੱਕ ਸਭ ਤੋਂ ਜਿਹੜੀ ਹਾਈਐਸਟ ਬਾਡੀ ਹੈ WTO ਦੀ ਵੱਡੀ, ਉਹ ਹੈ ਮਿਨਿਸਟਰੀਅਲ ਕਾਨਫਰੰਸ ਉਹਨੂੰ ਕਹਿੰਦੇ ਨੇ। ਪਿਛਲੇ ਕਿਉਂਕਿ ਪਿੱਛੇ ਹੋਣੀ ਸੀ, ਪਿਛਲੇ ਸਾਲ ਜਿਵੇਂ ਕਰੋਨਾ ਕਰਕੇ ਉਹ ਅੱਗੇ ਪੈ ਗਈ, 20 'ਚ ਹੋਣੀ ਸੀ, 18 'ਚ ਹੋਈ ਸੀ ਉਹ ਤੋਂ ਪਹਿਲਾਂ। ਇਸ ਕਰਕੇ ਹੁਣ 30 ਨਵੰਬਰ ਤੋਂ 3 ਦਸੰਬਰ ਤੱਕ ਹੋਣੀ ਹੈ ਇਹ ਜਨੇਵਾ ਦੇ ਵਿੱਚ।
ਤੇ ਉੱਥੇ ਜਿਹੜੇ ਪਿਛਲੇ ਪੈਂਡਿੰਗ ਮੁੱਦੇ ਨੇ ਕੁਛ ਉਹ ਡਿਸਕਸ ਹੋਣੇ ਨੇ। ਉਹਦੇ ਵਿੱਚ ਹੀ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ, ਪ੍ਰੋਕਿਉਰਮੈਂਟ ਨਾਲ ਸੰਬੰਧਿਤ ਬਾਕੀ ਦੀਆਂ ਚੀਜ਼ਾਂ ਦੀਆਂ ਤਜਵੀਜ਼ਾਂ ਵੀ ਡਿਸਕਸ ਹੋਣੀਆਂ ਨੇ। ਜੀ ਜਿਹੜੀਆਂ ਤਜਵੀਜ਼ਾਂ ਫਿਰ ਰਹੀਆਂ ਨੇ ਤੇ ਉਹ ਤਜਵੀਜ਼ਾਂ ਦੇ ਵਿੱਚ ਕਾਫੀ ਹੱਦ ਤੱਕ ਇਹ ਹੈ, ਕਿਉਂਕਿ ਪਹਿਲਾਂ ਜਿਹਦੇ ਤੇ ਡੈਡਲੌਕ ਹੋਇਆ ਹੋਇਆ, ਇਹ ਤੋਂ ਪਹਿਲਾਂ ਸਬਸਿਡੀਆਂ ਦਾ ਵੀ ਜਿਹੜਾ ਮਾਮਲਾ ਹੈ ਕਿ ਜਿੰਨਾ ਟੋਟਲ ਵਿਕਾਸਸ਼ੀਲ ਤੇ ਜਿਹੜੇ ਘੱਟ ਵਿਕਸਿਤ ਦੇਸ਼ ਨੇ ਉਹਨਾਂ ਤੇ ਇੱਕ ਰੋਕ ਲੱਗੀ ਹੋਈ ਹੈ ਕਿ ਜਿੰਨੀ ਪੈਦਾਵਾਰ ਤੁਸੀਂ ਕਰਦੇ ਹੋ ਕਿ ਫਸਲਾਂ ਦੀ ਆਪਣੇ ਦੇਸ਼ ਦੇ ਵਿੱਚ, ਉਹਦੀ ਜਿੰਨੀ ਕੀਮਤ ਬਣਦੀ ਹੈ ਉਹਦੇ 10% ਤੋਂ ਵੱਧ ਤੁਸੀਂ ਸਬਸਿਡੀ ਨਹੀਂ ਦੇ ਸਕਦੇ। ਤੇ ਹੁਣ ਫਿਰ ਉਹ ਸਾਡੀ ਉਹ ਕਹਿੰਦੇ ਨੇ ਤੁਸੀਂ ਜ਼ਿਆਦਾ ਦੇ ਰਹੇ ਹੋ। ਜਿਹੜਾ ਸਾਡਾ ਜਨਤਕ ਵੰਡ ਪ੍ਰਣਾਲੀ ਹੈ ਜਿਹਦੇ ਤਹਿਤ ਅਸੀਂ ਇਹ ਖਰੀਦਦੇ ਹਾਂ, ਮਤਲਬ ਕਣਕ, ਝੋਨਾ, ਬਾਕੀ ਦੀਆਂ ਚੀਜ਼ਾਂ ਕਿ ਅਨਾਜ ਵੰਡਣਾ ਹੈ, ਉਹ ਕਹਿੰਦੇ ਇਹ ਵੀ ਤੁਸੀਂ ਇਦੋਂ ਅੱਗੇ ਵੱਧ ਜਾਂਦੇ ਹੋ, ਇਹਦੇ ਤੇ ਵੀ ਰੋਕ ਲਾਓ, ਘੱਟ ਪ੍ਰੋਕਿਉਰ ਕਰੋ। ਇੱਕ ਬੰਦਸ਼ ਹੈ WTO ਦੀ ਸ਼ਰਤ ਦੇ ਤੌਰ ਤੇ ਕਿ ਜਿਹੜੀ ਦਾਣਾ ਖਰੀਦਣ ਦੀ, ਇਹ ਸਾਡੇ ਪੂਰੇ ਕਿਸਾਨ ਅੰਦੋਲਨ ਤੇ ਵੀ ਅਸਰਅੰਦਾਜ਼ ਹੋਏਗਾ, ਉਹਦੀਆਂ ਮੰਗਾਂ ਤੇ ਵੀ ਅਸਰਅੰਦਾਜ਼ ਹੋਏਗਾ ਤੇ ਸਾਡੀ ਸਰਕਾਰ ਦੀ ਪਾਲਿਸੀ ਤੇ ਵੀ। ਜੇ ਉਹ ਮੰਨ ਲਈ ਜਾਂਦੀ ਹੈ ਗੱਲ, ਉਹ ਸਮਝੌਤਾ ਥਰੂ ਹੋ ਜਾਂਦਾ ਹੈ, ਤਾਂ ਇਹਦਾ ਮਤਲਬ ਇਹ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਜਿੰਨਾ ਮਰਜ਼ੀ ਕਹੇ ਕਿ MSP ਹੈ ਤੇ ਰਹੇਗੀ, ਤੁਸੀਂ ਪੂਰੀ ਪ੍ਰੋਕਿਉਰਮੈਂਟ ਨਹੀਂ ਕਰ ਸਕੋਗੇ MSP ਤੇ। ਉਹ ਕੇਵਲ ਓਨੀ ਹੀ ਕਰ ਸਕੋਗੇ ਜਿੰਨੀ ਤੁਹਾਨੂੰ ਜਨਤਕ ਵੰਡ ਪ੍ਰਣਾਲੀ ਰਹੀ ਲੋਕਾਂ ਨੂੰ, ਭਾਵ ਰਾਈਟ ਟੂ ਫੂਡ ਦਾ ਜਿਹੜਾ ਐਕਟ ਬਣਿਆ, ਜਿੰਨਾ ਉਹ ਚਾਹੀਦੀ ਹੈ, ਉਦੋਂ ਵੱਧ ਨਹੀਂ ਕਰ ਸਕੋਗੇ। ਹੁਣ ਇਹਦੇ 'ਚ ਸੁਣਿਆ ਕਿ ਇੱਕ ਤਜਵੀਜ਼ ਹੈ, ਜਿਹੜੀਆਂ ਤਜਵੀਜ਼ਾਂ ਅਜੇ ਫਿਰ ਰਹੀਆਂ ਨੇ, ਅਜੇ ਡਿਸਕਸ ਹੋਣੀਆਂ ਨੇ, ਕਿ ਉਹ ਪ੍ਰੋਕਿਉਰਮੈਂਟ 15% ਤੱਕ ਛੂਟ ਦੇ ਕੇ ਵੀ ਇਹ 'ਤੇ ਸਹਿਮਤੀ ਬਣਾ ਲਈ ਜਾਏ ਕਿ 15% ਤੱਕ ਤੁਸੀਂ ਕਰ ਸਕੋਗੇ ਉਹਦੇ 'ਤੇ। ਔਰ ਇਹ ਤਜਵੀਜ਼ਾਂ 'ਤੇ ਮੈਨੂੰ ਲੱਗਦਾ ਪੰਜਾਬ ਵਰਗੇ ਤੇ ਭਾਰਤ ਵੱਡੇ ਖੇਤੀ ਪ੍ਰਧਾਨ ਦੇਸ਼ ਵਰਗੇ, ਜਿੱਥੇ ਵੱਡੀ ਗਿਣਤੀ 'ਚ ਲੋਕ ਰੁਜ਼ਗਾਰ 'ਤੇ ਲੱਗੇ ਨੇ ਖੇਤੀ ਦੇ ਖੇਤਰ ਦੇ ਵਿੱਚ, ਹੁਣ ਤੱਕ ਤਾਂ ਸੈਮੀਨਾਰਾਂ 'ਤੇ ਸੈਮੀਨਾਰ, ਕਾਨਫਰੰਸਾਂ, ਇੱਕ ਪ੍ਰਚਾਰ ਮੁਹਿੰਮ, ਅਖਬਾਰਾਂ 'ਚ ਖਬਰਾਂ ਜਾਂ TV 'ਤੇ ਡਿਬੇਟਾਂ ਹੋਣੀਆਂ ਚਾਹੀਦੀਆਂ ਸੀ। 30 ਨਵੰਬਰ 'ਚ ਕੀ ਪਿਆ ਹੁਣ ਤੱਕ, ਪਰ ਕਿਤੇ ਦਿਖਾਈ ਨਹੀਂ ਦੇ ਰਿਹਾ, ਕਿਤੇ ਕੋਈ ਬਹੁਤ ਜ਼ਿਆਦਾ ਨਹੀਂ। ਔਰ ਦੂਜੀ ਗੱਲ ਇਹ ਹੈ ਕਿ ਗੌਰਮੈਂਟ ਆਫ ਇੰਡੀਆ ਦਾ ਜਿਹੜੇ ਵੀ ਨੁਮਾਇੰਦੇ ਉੱਥੇ ਜਾਂਦੇ ਨੇ, ਇਹ ਬਹੁਤ ਜ਼ਰੂਰੀ ਹੈ ਫੈਡਰਲ ਕੰਟਰੀ ਦੇ ਵਿੱਚ ਕਿ ਤੁਸੀਂ ਜਿਹੜੇ ਸੂਬਿਆਂ 'ਤੇ ਸਭ ਤੋਂ ਜ਼ਿਆਦਾ ਇਹਦਾ ਪ੍ਰਭਾਵ ਪੈਣਾ, ਉਹਨਾਂ ਸੂਬਿਆਂ ਦੇ ਨਾਲ ਵੀ ਰਾਏ ਮਸ਼ਵਰਾ ਕਰੋ, ਉਹਨਾਂ ਨਾਲ ਕੰਸਲਟੇਸ਼ਨ ਕਰੋ। ਉਹਨਾਂ ਸੂਬਿਆਂ ਦੇ ਰਾਏ ਮਸ਼ਵਰੇ ਤੋਂ ਬਿਨਾਂ ਜੇਕਰ ਤੁਸੀਂ ਇਕੱਲੇ ਚਲੇ ਜਾ ਰਹੇ ਹੋ ਤਾਂ ਇਹ ਫੈਡਰਲਿਜ਼ਮ ਦੇ ਵੀ ਖਿਲਾਫ ਗੱਲ ਹੈ, ਤੇ ਜਿਹੜੀ ਰਿਐਲਿਟੀ ਦੇ ਨਾਲ, ਹਕੀਕਤ ਦੇ ਨਾਲ ਜਿਹੜਾ ਕੋਈ ਗੱਲ ਤੁਸੀਂ ਪ੍ਰਪੋਜ਼ਲ ਬਣਾਉਣੀ ਹੈ, ਤਜਵੀਜ਼ ਬਣਾਉਣੀ ਹੈ, ਸ਼ਾਇਦ ਉਹਦੇ ਤੋਂ ਵੀ ਦੂਰੀ ਦੀ ਗੱਲ ਹੋ ਜਾਂਦੀ ਹੈ। ਹਮੀਰ ਜੀ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰਜ਼ਾ ਮਾਫੀ ਜਿਹੜਾ ਹੈਗਾ ਇੱਕ ਵੱਡਾ ਮੁੱਦਾ ਬਣ ਕੇ ਉੱਭਰ ਰਿਹਾ, ਕਿਉਂਕਿ ਕਾਂਗਰਸ ਸਰਕਾਰ ਨੇ ਚੋਣਾਂ 'ਚ ਇੱਕ ਵੱਡਾ ਵਾਅਦਾ ਕੀਤਾ ਸੀ ਵੀ ਕਿ ਸਰਕਾਰ ਬਣਦੇ ਹੀ ਜਿਹੜਾ ਹੈਗਾ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਵੇਗਾ, ਜੋ ਕਿ ਹੋਇਆ ਨਹੀਂ ਹੈ। ਜ਼ਮੀਨ 'ਤੇ ਦੀ ਸੱਚਾਈ ਜਿਹੜੀ ਹੈਗੀ ਬਹੁਤ ਹੀ ਉਲਟ ਦਿਖਾਈ ਦੇ ਰਹੀ ਹੈ ਅਤੇ ਹਕੀਕਤ ਵੀ ਇਸੇ ਤਰ੍ਹਾਂ ਦੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਰਜ਼ਾ ਮਾਫੀ ਦਾ ਮਾਮਲਾ ਹੁਣ ਕਿੱਥੇ ਕੁ ਖੜ੍ਹਾ ਹੈ ਪੰਜਾਬ 'ਚ? ਕਰਜ਼ਾ ਮਾਫੀ ਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਅਗਵਾਈ ਕਰ ਰਹੇ ਸੀਗੇ 2017 'ਚ, ਉਹਨਾਂ ਨੇ ਆਪਣੇ ਵੱਲੋਂ ਕਾਂਗਰਸ ਮੈਨੀਫੈਸਟੋ 'ਚ ਵੀ ਪਵਾਇਆ ਅਤੇ ਆਪਣੀਆਂ ਰੈਲੀਆਂ 'ਚ ਵੀ ਬੋਲਿਆ ਕਿ ਅਸੀਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਾਂਗੇ। ਇਹ ਕਹਿੰਦੇ ਰਹੇ ਲਗਾਤਾਰ ਉਹ ਕਿ ਚਾਹੇ ਉਹ ਸਰਕਾਰੀ ਬੈਂਕ ਹੈ, ਚਾਹੇ ਉਹ ਪ੍ਰਾਈਵੇਟ ਬੈਂਕ ਹੈ, ਚਾਹੇ ਉਹ ਸਹਿਕਾਰੀ ਬੈਂਕ ਹੈ, ਚਾਹੇ ਉਹ ਪ੍ਰਾਈਵੇਟ ਕਰਜ਼ਾ, ਹਰ ਕਿਸਮ ਦਾ ਕਰਜ਼ਾ ਅਸੀਂ ਦੇਵਾਂਗੇ। ਅਤੇ ਉਹਦਾ ਉਹਨਾਂ ਨੇ ਅੰਦਾਜ਼ਾ ਉੱਦਣ ਲਾਇਆ ਸੀਗਾ ਕਿ ਅਸੀਂ ਦੇਖ ਲਾਂਗੇ ਕਿੰਨਾ ਕਰਜ਼ਾ ਹੈ। ਪਹਿਲਾਂ ਤਾਂ ਨੇੜੇ ਆ ਕੇ ਜਦੋਂ ਸਰਕਾਰ ਬਣ ਗਈ, ਉਹ ਇਹ ਕਹਿਣ ਲੱਗ ਗਏ ਵੀ ਸਾਨੂੰ ਨਹੀਂ ਸੀ ਪਤਾ ਇੰਨਾ ਕਰਜ਼ਾ ਜਾਂ ਸੂਬੇ ਦੀ ਹਾਲਤ ਇੰਨੀ ਮਾੜੀ ਹੈ। ਹਾਲਾਂਕਿ ਜਿਹੜਾ ਉਹਨਾਂ ਨੇ ਅੰਦਾਜ਼ਾ ਲਵਾਇਆ, ਇੱਕ ਕਮੇਟੀ ਬਣਾਈ ਸੀ ਆਉਂਦਿਆਂ ਹੀ, ਹੱਕ ਸਾਹਿਬ ਦੀ ਡੈਥ ਹੋ ਗਈ ਹੈ, ਜਿਹੜੇ CACP ਦੇ ਚੇਅਰਮੈਨ ਵੀ ਰਹੇ ਨੇ, ਡਾਕਟਰ T ਹੱਕ, ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਸੀ ਕਿ ਅਸੀਂ ਇਹਦਾ ਕੀ ਕਰ ਸਕਦੇ ਹਾਂ। ਹਾਲਾਂਕਿ ਉਹ ਕਮੇਟੀ ਦੀਆਂ ਸਿਫਾਰਸ਼ਾਂ ਵੀ ਮਤਲਬ ਅਲਮਾਰੀ 'ਚ ਕਿਤੇ ਪਈਆਂ ਨੇ, ਉਹ ਵੀ ਠੀਕ ਤਰੀਕੇ ਨਾਲ ਲਾਗੂ ਨਹੀਂ ਹੋਈਆਂ, ਕਿਉਂਕਿ ਇਹ ਕਹਿੰਦੇ ਸਾਡੇ ਕੋਲ ਪੈਸਾ ਹੀ ਹੈ ਨਹੀਂ। ਉਹ ਫਿਰ ਵੀ ਜਿਹੜਾ ਸੰਸਥਾਗਤ ਕਰਜ਼ਾ ਸੀ 73,770 ਕਰੋੜ ਉਦੋਂ ਬਣਿਆ ਸੀ ਸਰਕਾਰੀ ਦਾ ਅਤੇ ਸਹਿਕਾਰੀ ਦਾ, ਅਤੇ ਉਹਦੇ ਤੋਂ ਇਲਾਵਾ ਅਜੇ ਹੋਰ ਸੀ ਜਿਹੜਾ ਆੜ੍ਹਤੀਆਂ ਦਾ, ਸ਼ਾਹੂਕਾਰਾਂ ਦਾ, ਪ੍ਰਾਈਵੇਟ ਕਰਜ਼ਾ ਜਿਹੜਾ ਵੀ ਬਣਦਾ, ਮਤਲਬ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਉਦੋਂ ਸੀ ਕਿਸਾਨਾਂ ਸਿਰ, ਅਤੇ ਮਾਫ 4620 ਜਾਂ 25 ਕਰੋੜ ਰੁਪਈਆ ਹੋਇਆ। ਇਹ ਤਾਂ ਵਿਆਜ ਦੇ ਵੀ ਨੇੜੇ ਤੇੜੇ ਨਹੀਂ, ਹਰ ਸਾਲ ਦੇ ਵਿਆਜ ਤੋਂ ਵੀ ਘੱਟ ਹੈ। ਅਤੇ ਇਸੇ ਕਰਕੇ ਇਹ ਸਾਰੇ ਮਾਮਲੇ ਨੇ ਸਗੋਂ ਕਿਸਾਨਾਂ ਦੇ ਨਾਲ ਨਾ ਕੇਵਲ ਕਿਸਾਨਾਂ ਦੇ ਰਾਹ ਵਿੱਚ ਰੁਕਾਵਟ ਪੈਦਾ ਕੀਤੀ ਕਈ ਮਾਮਲਿਆਂ 'ਚ, ਸਗੋਂ ਸਹਿਕਾਰੀ ਟਾਈਪ ਦੇ ਜਿਹੜੇ ਬੈਂਕ ਜਾਂ ਸੁਸਾਇਟੀਆਂ ਚੱਲਦੀਆਂ ਸੀ ਉਹਨਾਂ ਨੂੰ ਵੀ ਡੋਬਿਆ ਇੱਕ ਟਾਈਪ ਦਾ। ਉਹ ਜਿਹੜਾ ਸਾਰਾ ਮਾਹੌਲ ਸੀਗਾ ਚੱਲਦਾ ਹੁਣ ਤੱਕ, ਫਿਰ ਇਹ ਚੁੱਪ ਹੀ ਕਰ ਗਏ ਉਹ ਤੋਂ ਬਾਅਦ ਵੀ ਕਰੋਨਾ ਆ ਗਿਆ ਜੀ, ਬਾਕੀ ਆ ਗਿਆ ਜੇ ਉਹ। ਹੁਣ ਕੱਲ੍ਹ ਜਿਹੜੀ ਚੀਫ ਮਿਨਿਸਟਰ ਨਾਲ ਮੀਟਿੰਗ ਸੀ 32 ਕਿਸਾਨ ਜਥੇਬੰਦੀਆਂ ਦੀ, ਉਹਦੇ ਕਰਜ਼ੇ ਦਾ ਮਾਮਲਾ ਡਿਸਕਸ ਹੋਇਆ,
ਤਾਂ ਕਿਹਾ ਇਹ ਗਿਆ ਕਿ ਆਪਾਂ ਅਗਲੇ ਹਫਤੇ ਫੇਰ ਮਿਲਾਂਗੇ, ਇਹਦੇ ਬਾਰੇ ਸੋਚਾਂਗੇ। ਪਰ ਜਿਹੜਾ ਇਹ ਵੱਡਾ ਸਵਾਲ ਹੈ ਕਿ ਪੈਸਾ ਕਿੱਥੋਂ ਆਊਗਾ, ਤੁਹਾਡੇ ਕੋਲ ਪੈਸੇ ਹੈ ਨੇ ਨਹੀਂ ਹੈ, ਇਹਦਾ ਹੀ ਨਹੀਂ ਕੋਈ ਜਵਾਬ। ਹੁਣ ਡੇਢ ਮਹੀਨੇ 'ਚ ਇਹਦਾ ਕੀ ਕਰ ਦੇਣਗੇ? ਬਿਲਕੁਲ ਹੋਣਾ ਕੁਝ ਨਹੀਂ ਹੈ, ਕੇਵਲ ਇਹ ਬਿਆਨਬਾਜ਼ੀ ਹੈ। ਇਹ ਹੋਏਗਾ ਤਾਂ ਜੇਕਰ ਬਹੁਤ ਸੀਰੀਅਸਲੀ ਜੇ ਕੇਂਦਰ ਦੀ ਤੇ ਸੂਬਿਆਂ ਦੀਆਂ ਸਰਕਾਰਾਂ ਮਿਲ ਕੇ, ਮੇਨ ਗੱਲ ਇਹ ਕੇਂਦਰ ਸਰਕਾਰ ਦੇ ਹਿੱਸੇ ਆਉਣੀ ਚਾਹੀਦੀ ਹੈ ਕਿ ਦੇਸ਼ ਦੇ ਵਿੱਚ ਜੇ ਤੁਸੀਂ ਕਾਰਪੋਰੇਟ ਦਾ ਲਈ ਜੋ ਅਪਰੋਚ ਅਪਣਾਉਂਦੇ ਹੋ ਕਿ ਉਹਦਾ NPA ਕਹਿ ਕੇ ਜਿਹੜਾ ਮੋੜਿਆ ਨਹੀਂ ਜਾ ਸਕਦਾ ਕਰਜ਼ਾ, ਉਹਨੂੰ ਇਹ ਨਾਮ ਦੇ ਕੇ ਤੁਸੀਂ ਲਗਭਗ 13-14 ਲੱਖ ਕਰੋੜ ਦਾ ਮਾਫ ਕਰ ਸਕਦੇ ਹੋ, ਤਾਂ ਕਿਸਾਨਾਂ ਦਾ ਕਰਜ਼ਾ ਤਾਂ ਉਦੋਂ ਵੀ ਘੱਟ ਹੈ। ਫਿਰ ਉਹਦੇ ਤੇ ਕਿੰਨੇ ਲੋਕਾਂ ਦੀ ਰੋਜੀ ਰੋਟੀ ਹੈ, ਫਿਰ ਉੱਥੇ 50% ਤੋਂ ਵੱਧ ਰੁਜ਼ਗਾਰ ਜੁੜਿਆ ਹੋਇਆ ਹੈ। ਇੰਨੇ ਲੋਕਾਂ ਦਾ ਫਾਇਦਾ ਕਰਨ ਦੇ ਵਾਸਤੇ ਤਾਂ ਤੁਹਾਨੂੰ ਮਤਲਬ ਹਿਸਾਬ ਕਿਤਾਬ 'ਚ ਉਸ ਤਰੀਕੇ ਦੇ 'ਚ ਪੈਣਾ ਚਾਹੀਦਾ ਜਿਹੜਾ ਕਾਰਪੋਰੇਟ ਦੇ ਨਾਲ ਕਰਦੇ ਹੋ ਤੁਸੀਂ, ਦੂਜੇ 'ਚ ਨਹੀਂ ਪੈਣਾ ਚਾਹੀਦਾ। ਜੇ ਅਪਰੋਚ ਉਸ ਪਾਸੇ ਆਏਗੀ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕਦਾ, ਔਰ ਰੀਅਲੀ ਹੋਣਾ ਚਾਹੀਦਾ। ਜਿਵੇਂ ਲੋਕ ਕਹਿੰਦੇ ਨਾ ਕੰਪਨੀਆਂ ਦੇ ਵੀ ਇੱਕ ਵਾਰ ਇਹਦੀ ਕਲੀਨ ਕਰ ਦਿਓ ਸਾਰੀ ਜਿਹੜੀ, ਉਸ ਤੋਂ ਬਾਅਦ ਜਿਹੜਾ ਅੱਗੇ ਨਵਾਂ ਆਊਗਾ ਤੇ ਨਵੇਂ ਤਰੀਕੇ ਦੇ ਨਾਲ ਬੈਲੈਂਸ ਸ਼ੀਟ ਉਹਨੂੰ ਸਾਫ਼ ਕਰਕੇ ਦਿਓ ਜੀ। ਤੇ ਤੁਸੀਂ ਕਿਸਾਨਾਂ ਜਦੋਂ ਬਹੁਤ ਜ਼ਿਆਦਾ ਸੰਕਟ ਵੱਧ ਜਾਂਦਾ ਹੈ, ਇੱਕ ਵਾਰ ਉਹਦਾ ਬੋਝ ਉਤਾਰੋ। ਉਸ ਤੋਂ ਬਾਅਦ ਕਈ ਲੋਕ ਕਹਿੰਦੇ ਨੇ, ਦਲੀਲ ਦਿੰਦੇ ਨੇ ਕਿ ਜੀ ਫਿਰ ਕਿਹੜਾ ਕਰਜ਼ਾ ਨਹੀਂ ਚੜੂਗਾ, ਪਰ ਉਹ ਅਗਲਾ ਕਹਿੰਦਾ ਵੀ ਇੱਕ ਵਾਰ ਜਿਹੜੀ ਕੁਆਂਟਲ ਦੀ ਪੰਡ ਸਿਰ 'ਤੇ ਰੱਖੀ ਉਹ ਤਾਂ ਲਾਹੋ, ਫਿਰ ਕੁਆਂਟਲ ਇਕੱਠਾ ਹੀ ਥੋੜ੍ਹੀ ਚੜ੍ਹ ਜਾਊਗਾ। ਜੀ ਬਿਲਕੁਲ। ਫਿਰ ਹੌਲੀ ਹੌਲੀ ਕਰਕੇ ਫਿਰ ਜਿਹੜਾ ਚੜੂ, ਫਿਰ 30 ਸਾਲ ਲੰਘ ਜਾਣ, 40 ਸਾਲ ਲੰਘ ਜਾਣ। ਦੂਜੀ ਗੱਲ ਇਹ ਹੈ ਕਿ ਫਿਰ ਇਕੱਲਾ ਕਰਜ਼ਾ ਉਤਾਰਨ ਦਾ ਸਵਾਲ ਨਹੀਂ ਨਾ, ਫਿਰ ਇਹ ਬਿਉਂਤਬੰਦੀ ਵੀ ਕਰੋਗੇ ਕਿ ਉਹ ਲਾਹੇਵੰਦ ਕਿਵੇਂ ਹੋਵੇ, ਫਿਰ ਨਾਲ ਉਹਦੀ ਆਮਦਨ ਵਧਣ ਦਾ ਵੀ ਸਵਾਲ ਆਏਗਾ, ਫਿਰ ਉਹਨੂੰ ਅੱਗੇ ਮਾਡਲ ਕਿਵੇਂ ਤਬਦੀਲ ਹੋਣਾ ਉਹ ਵੀ ਆਏਗਾ। ਉਹ ਸਾਰੀਆਂ ਗੱਲਾਂ ਇਕੱਠੇ ਰੂਪ 'ਚ ਕਰਨ ਦਾ ਕੁਐਸਚਨ ਹੈ। ਜੇ ਤਾਂ ਉਹ ਕਰੋਗੇ, ਮੈਨੂੰ ਨਹੀਂ ਲੱਗਦਾ ਇਸ ਸਰਕਾਰ ਦੇ ਵਿੱਚੋਂ ਕੁਝ ਹੋਣ ਵਾਲਾ, ਹੋਰ ਬਹੁਤ ਜ਼ਿਆਦਾ ਕੋਈ ਉਮੀਦ ਵਾਲੀ ਗੱਲ ਨਹੀਂ, ਦੂਜੀ ਕਿਸੇ ਸਰਕਾਰ ਲਈ ਵੀ ਨਹੀਂ। ਇਹ ਨੈਸ਼ਨਲ ਲੈਵਲ 'ਤੇ ਇੱਕ ਕੰਸੈਂਸਸ ਸਿਆਸੀ ਧਿਰਾਂ ਨੂੰ ਬਣਾਉਣਾ ਚਾਹੀਦਾ। ਸਿਆਸੀ ਲੜਾਈ ਵੀ ਇਹ ਹੋਏਗੀ, ਕਿਸਾਨੀ ਤੇ ਆਪਣੇ ਆਪ 'ਚ ਕਰ ਰਹੀ ਹੈ। ਬਾਕੀ ਮਜ਼ਦੂਰਾਂ ਦੀ ਗੱਲ ਹੈ, ਮਜ਼ਦੂਰਾਂ ਦਾ ਕਰਜ਼ਾ ਵੀ ਹੈ। ਜੀ ਬਿਲਕੁਲ। ਮਜ਼ਦੂਰਾਂ ਸਿਰ ਥੋੜ੍ਹਾ ਕਰਜ਼ਾ ਕਿਸਾਨੀ ਦੇ ਮੁਕਾਬਲੇ, ਕਿਉਂਕਿ ਇਸ ਕਰਕੇ ਥੋੜ੍ਹਾ ਕਰਜ਼ਾ ਉਹਨਾਂ ਨੂੰ ਮਿਲਦਾ ਹੀ ਨਹੀਂ ਹੈ। ਉਹਨਾਂ ਕੋਲ ਤਾਂ ਗਹਿਣੇ ਰੱਖਣ ਨੂੰ ਕੁਝ ਨਹੀਂ ਜਿਹਦੇ ਕਰਕੇ ਕਰਜ਼ਾ ਮਿਲ ਸਕੇ, ਪਰ ਉਹ ਉਨੇ ਕਿਤੇ ਵੀ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ। ਔਰ ਪਹਿਲੀ ਵਾਰ ਕੱਲ੍ਹ ਕਿਸਾਨਾਂ ਨਾਲ ਤਾਂ ਮੀਟਿੰਗ ਹੋ ਗਈ ਦੇ ਜਿਹੜੀਆਂ ਪੰਜਾਬ ਦੀਆਂ 7 ਇਕੱਠੀਆਂ ਸਾਂਝੀਆਂ ਮਜ਼ਦੂਰ ਜਥੇਬੰਦੀਆਂ ਨੇ, ਔਰ ਉਹ 2 ਵਾਰ ਉਹਨਾਂ ਨਾਲ ਮੀਟਿੰਗ ਰੱਖ ਕੇ ਚੀਫ ਮਿਨਿਸਟਰ ਉਹਨਾਂ ਨੂੰ ਨਹੀਂ ਮਿਲ ਰਿਹਾ। ਕਿਹਾ ਇਹ ਜਾ ਰਿਹਾ ਕਿ ਉਸ ਵਰਗ ਦੇ ਵਿੱਚੋਂ ਹੈ, ਗਰੀਬੀ 'ਚੋਂ ਹੈ, ਦਲਿਤਾਂ 'ਚੋਂ ਹੈ, ਆਮ ਮਨੁੱਖ ਦੇ ਤੌਰ 'ਤੇ ਹੈ। ਤਾਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ 2 ਵਾਰ ਮਿਲਾ ਕੇ ਜਲੀਲ ਕੀਤਾ ਗਿਆ। ਮੈਨੂੰ ਲੱਗਦਾ ਇਹ ਗੱਲ ਨੂੰ ਵੀ ਦਰੁਸਤ ਕਰਨ ਵਾਲਾ ਹੈ, ਅਤੇ ਚੀਫ ਮਿਨਿਸਟਰ ਨੂੰ ਉਹਨਾਂ ਨੂੰ ਵੀ ਬੁਲਾ ਕੇ ਗੱਲ ਸੁਣਨੀ ਔਰ ਗੱਲ ਕਰਨੀ ਚਾਹੀਦੀ ਹੈ। ਜੋ ਵੀ ਸਮੱਸਿਆਵਾਂ ਨੇ, ਜੋ ਮੰਗਾਂ ਨੇ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿਉਂਕਿ ਸਾਡੇ ਸੂਬੇ ਦੇ ਵਿੱਚ ਰੁਜ਼ਗਾਰ ਦਾ ਇੱਕ ਵੱਡਾ ਸਾਧਨ ਜਿਹੜਾ ਹੈ ਕਿਸਾਨੀ ਤੋਂ ਮਿਲਦਾ ਹੈ, ਅਤੇ ਸੂਬਾ ਸਰਕਾਰ ਜਿਹੜਾ ਹੈ ਕਿਸਾਨੀ ਨੂੰ ਉਸ ਤਰ੍ਹਾਂ ਨਹੀਂ ਸੰਜੀਦਗੀ ਨਾਲ ਲੈ ਰਹੀ ਜਿਵੇਂ ਲੈਣਾ ਚਾਹੀਦਾ, ਜਦਕਿ ਸੂਬਾ ਸਰਕਾਰ ਨੂੰ ਕਿਸਾਨੀ ਦੀ ਸਾਰੀਆਂ ਮੰਗਾਂ ਮੰਨਦੇ ਹੋਏ ਕਰਜ਼ਾ ਮਾਫੀ ਵੀ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨ ਖੁਸ਼ੀ ਜਿਹੜੇ ਨੇ ਆਪਣੇ ਗੁਜ਼ਾਰਾ ਕਰ ਸਕਣ। ਇਸ ਦੇ ਨਾਲ ਹੀ ਇੱਕ ਪੰਜਾਬ ਦੇ ਵਿੱਚ ਵੱਡਾ ਵਰਗ ਹੈ ਮਜ਼ਦੂਰ ਵਰਗ, ਜਿਸ ਨੂੰ ਸਰਕਾਰ ਵੱਲੋਂ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੁੱਖ ਮੰਤਰੀ ਚਰਨਜੀਤ ਚੰਨੀ ਵੀ 2 ਵਾਰ ਉਹਨਾਂ ਨਾਲ ਮਜ਼ਦੂਰ ਜਥੇਬੰਦੀਆਂ ਨੇ ਮੀਟਿੰਗ ਕਰਕੇ ਜਿਹੜੇ ਨੇ ਉਹਨਾਂ ਨਾਲ ਮੀਟਿੰਗ ਨਹੀਂ ਕਰ ਰਹੇ, ਅਤੇ ਇਸ ਤਰ੍ਹਾਂ ਜਿਹੜਾ ਹੈ ਮਜ਼ਦੂਰਾਂ ਦੀਆਂ ਮੰਗਾਂ ਵੀ ਵਿਚਕਾਰ ਲਟਕ ਰਹੀਆਂ ਨੇ, ਅਤੇ ਸੂਬਾ ਸਰਕਾਰ ਨੂੰ ਮਜ਼ਦੂਰਾਂ ਨਾਲ ਵੀ ਜਿਹੜਾ ਹੈ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਵੀ ਜਿਹੜੀਆਂ ਹੈਗੀਆਂ ਨਿਬੇੜਨੀਆਂ ਚਾਹੀਦੀਆਂ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।